ਤਾਂ ਸਟੂਡੈਂਟਸ ਅਸੀਂ ਅੱਜ ਆਪਣੀ +1 ਕਲਾਸ ਇੰਗਲਿਸ਼ ਇਲੈਕਟਿਵ ਉਸ ਦਾ 4th ਐਸੇ ਹੈ ਜਿਸ ਦਾ ਨਾਮ ਹੈ ਦ ਸਟੋਰੀ ਆਫ ਮਾਈਕਲ। ਇਸ ਦੀ ਐਕਸਪਲੇਨੇਸ਼ਨ ਤੇ ਐਨਾਲਿਸਿਸ ਕਵਰ ਕਰਾਂਗੇ। ਇਹ ਸਾਡਾ ਪਹਿਲਾ ਪਾਰਟ ਹੋਏਗਾ। ਕੋਸ਼ਿਸ਼ ਕਰਾਂਗੇ ਕਿ ਜਿੰਨਾ ਵੀ ਹੋ ਸਕੇ ਅੱਜ ਇਹ ਚੈਪਟਰ ਆਪਾਂ ਕੰਪਲੀਟ ਕਰ ਲਈਏ। ਇਸ ਤੋਂ ਪਹਿਲਾਂ ਆਪਾਂ ਜਿਹੜੇ 3 ਸਾਡੇ ਲੈਸਨਸ ਨੇ ਉਹ ਕਵਰ ਕਰ ਚੁੱਕੇ ਹਾਂ ਜੋ ਕਿ ਸਾਡੇ ਫਸਟ ਬਾਈ ਮੰਥਲੀ ਸਿਲੇਬਸ ਦੇ ਵਿੱਚ ਸ਼ਾਮਿਲ ਸੀ। ਪਰ ਸਾਡੇ ਸੈਕੰਡ ਬਾਈ ਮੰਥਲੀ ਸਿਲੇਬਸ ਦਾ ਪਹਿਲਾ ਐਸੇ ਹੈ ਦ ਸਟੋਰੀ ਆਫ ਮਾਈਕਲ। ਇਹ ਐਸੇ ਹੈ ਜੀ, ਤੇ ਜਿਵੇਂ ਤੁਸੀਂ ਦੇਖ ਰਹੇ ਹੋ ਕਾਫੀ ਸਾਰੇ ਵਰਡਸ ਹੈ ਸ਼ੁਰੂ ਦੇ ਵਿੱਚ ਹੀ। ਇਹ ਤੁਹਾਨੂੰ ਪਤਾ ਹੈ ਸਾਰੇ ਵਰਡਸ ਜਿਹੜੇ ਚੈਪਟਰ ਦੇ ਵਿੱਚ ਆਉਂਦੇ ਇਹਨਾਂ ਚੋਂ ਕੁਝ ਕੁ ਦੇ ਮੀਨਿੰਗ ਤੁਹਾਨੂੰ ਪਤਾ ਹੋਣਗੇ, ਕੁਝ ਕੁ ਦੇ ਨਹੀਂ ਪਤਾ ਹੋਣਗੇ। ਜਿਵੇਂ ਜਿਵੇਂ ਚੈਪਟਰ ਆਪਾਂ ਕਵਰ ਕਰਾਂਗੇ ਤੁਹਾਨੂੰ ਮੈਂ ਸਾਰੇ ਮੀਨਿੰਗਸ ਦੱਸਦਾ ਜਾਊਂਗਾ। ਤਾਂ ਤੁਸੀਂ ਆਪਣੀ ਕਾਪੀ ਤੇ ਜੋ ਤੁਸੀਂ ਨੋਟਬੁੱਕਸ ਲਗਾਈਆਂ ਹੋਈਆਂ ਆਪਣੀਆਂ ਉਸ ਦੇ ਵਿੱਚ ਕੋਸ਼ਿਸ਼ ਕਰਿਓ ਕਿ ਜਿੰਨੇ ਸਾਰੇ ਇਹ ਵਰਡਸ ਤੁਹਾਨੂੰ ਦਿਖ ਰਹੇ ਆ ਸਕਰੀਨ ਤੇ ਘੱਟੋ ਘੱਟ ਇਹ ਸਾਰੇ ਵਰਡਸ ਦੇ ਮੀਨਿੰਗ ਤੁਹਾਨੂੰ ਆਉਂਦੇ ਹੋਣ ਤੇ ਇਹਨਾਂ ਦੀ ਪ੍ਰੋਨੰਸੀਏਸ਼ਨ ਪਤਾ ਹੋਵੇ, ਕਿਵੇਂ ਬੋਲਣਾ ਇੰਗਲਿਸ਼ 'ਚ, ਤੇ ਇਹਨਾਂ ਦਾ ਮੀਨਿੰਗ ਪਤਾ ਹੋਵੇ। ਤੇ ਤੁਸੀਂ ਨੋਟਬੁੱਕਸ ਤੇ ਜ਼ਰੂਰ ਨੋਟ ਕਰ ਲਿਓ ਇਹ ਵਾਲੇ ਸਾਰੇ ਮੀਨਿੰਗ। ਜਿੰਨਾ ਵੀ ਅੱਜ ਆਪਾਂ ਚੈਪਟਰ ਕਰਾਂਗੇ ਉਸ ਚੈਪਟਰ ਦੇ ਵਿੱਚ ਇਹਨਾਂ ਚੋਂ ਜਿਹੜੇ ਜਿਹੜੇ ਵਰਡਸ ਆਣਗੇ ਉਹਨਾਂ ਨੂੰ ਤੁਸੀਂ ਆਪਣੀ ਫੈਰ ਨੋਟਬੁੱਕਸ ਤੇ ਉਤਾਰ ਲੈਣਾ ਹੈ। ਸਟੂਡੈਂਟਸ ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ ਦੇ ਦੀਪਕ ਸੂਦ ਦੇ ਜਾ ਕੇ ਕਲਿੱਕ ਕਰੋ। ਤਾਂ ਇਸ ਤਰ੍ਹਾਂ ਤੁਸੀਂ ਚੈਨਲ ਤੇ ਪਹੁੰਚ ਜਾਵੋਗੇ ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ। ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ ਤੇ ਹੈ। ਇਸ ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ ਤੇ ਜ਼ਰੂਰ ਵਿਜ਼ਿਟ ਕਰੋ। ਸ਼ੁਰੂਆਤ ਦੇ ਵਿੱਚ ਕੁਝ ਇਟੈਲਿਕਸ ਦੇ ਵਿੱਚ ਲਿਖਿਆ ਹੋਇਆ ਬਿਕੋਜ਼ ਇਹ ਬੈਕਗਰਾਉਂਡ ਦੇ ਵਿੱਚ ਇੱਕ ਸਟੋਰੀ ਜੀ ਚੱਲ ਰਹੀ ਹੈ। ਚਲੋ ਆਪਾਂ ਸਟਾਰਟ ਕਰਦੇ ਹਾਂ, ਤੁਹਾਨੂੰ ਕਲੀਅਰ ਹੋ ਜਾਏਗਾ। ਕਹਿੰਦੇ ਐਨ ਓਲਡ ਮੈਨ ਐਂਡ ਹਿਜ਼ ਲਿਟਲ ਸਨ ਵਰ ਵਨ ਡੇ ਵਾਕਿੰਗ ਅਲੋਂਗ ਗ੍ਰੀਨ ਹੈਡ ਘੈਲ a steep valley near Grasmere in England। ਐਸੇ ਦੇ ਸ਼ੁਰੂ ਚ ਇੱਕ ਬਜ਼ੁਰਗ ਇਨਸਾਨ ਹੈ ਜੀ ਤੇ ਉਸਦਾ ਇੱਕ ਛੋਟਾ ਜਿਹਾ ਪੁੱਤਰ ਹੈ ਲਿਟਲ ਸਨ। ਉਹ ਵਾਕਿੰਗ ਕਰਦੇ ਹੋਏ ਜਾ ਰਹੇ ਨੇ। ਇੱਕ ਸਟੀਪ ਵੈਲੀ ਹੈ, ਵੈਲੀ ਦਾ ਮਤਲਬ ਹੁੰਦਾ ਹੈ ਘਾਟੀ। ਸਟੀਪ ਜਿਸ ਦੀ ਕਿ ਢਲਾਨ ਕਾਫੀ ਜ਼ਿਆਦਾ ਹੋਵੇ ਉਸ ਨੂੰ ਆਪਾਂ ਸਟੀਪ ਵੈਲੀ ਕਹਿੰਦੇ ਆ। ਉਹਦੇ ਵਿੱਚੋਂ ਦੀ ਉਹ ਵਾਕ ਕਰਦੇ ਜਾਂਦੇ ਨੇ। ਉਸ ਵੈਲੀ ਦਾ ਨਾਮ ਵੀ ਗ੍ਰੀਨ ਹੈਡ ਘੈਲ ਲਿਖਿਆ ਹੋਇਆ ਹੈ ਤੇ ਇੰਗਲੈਂਡ ਦੀ ਇਹ ਇੱਕ ਜਗ੍ਹਾ ਹੈ ਗ੍ਰੈਸਮੀਅਰ, ਉਹਦਾ ਜ਼ਿਕਰ ਹੈ। ਇਹਨਾਂ ਦੀ ਕਨਵਰਸੇਸ਼ਨ ਸਟਾਰਟ ਹੁੰਦੀ ਹੈ ਆਪਸ ਚ ਗੱਲਬਾਤ। ਕਹਿੰਦੇ ਸ਼ੈਲ ਵੀ ਗੋ ਫਰਦਰ ਅਪ ਫਾਦਰ ਐਂਡ ਸੀ ਵਟ ਲਾਈਜ਼ ਬਿਯਾਂਡ ਆਸ ਦਾ ਬॉय। ਤਾਂ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਕਿ ਐਸੇ ਦੇ ਸ਼ੁਰੂਆਤ ਦੇ ਵਿੱਚ ਇੱਕ ਬਜ਼ੁਰਗ ਇਨਸਾਨ ਹੈ ਤੇ ਇੱਕ ਉਹਦਾ ਛੋਟਾ ਪੁੱਤਰ ਹੈ। ਤਾਂ ਹੁਣ ਜਿਹੜਾ ਲੜਕਾ ਹੈ ਉਹ ਪੁੱਛਦਾ ਆਪਣੇ ਫਾਦਰ ਨੂੰ ਕਿ ਪਿਤਾ ਜੀ ਕੀ ਆਪਾਂ ਹੋਰ ਉੱਪਰ ਚੱਲੀਏ। ਗੋ ਫਰਦਰ ਅਪ, ਫਰਦਰ ਅਪ ਦਾ ਮਤਲਬ ਹੋਰ ਉੱਪਰ ਚੱਲੀਏ ਅਤੇ ਦੇਖੀਏ ਕਿ ਕੀ ਹੈ ਉੱਥੇ। ਵਟ ਲਾਈਜ਼ ਬਿਯਾਂਡ, ਬਿਯਾਂਡ ਦਾ ਮਤਲਬ ਉੱਪਰ ਜਾ ਕੇ ਉਹਦੇ ਅੱਗੇ ਕੀ ਹੈ। ਬਿਯਾਂਡ ਦਾ ਮਤਲਬ ਹੁੰਦਾ ਉਸ ਤੋਂ ਅੱਗੇ, ਉਸ ਤੋਂ ਪਰਾਂ। ਯੈਸ ਇਫ ਯੂ ਵਾਂਟ ਟੂ, ਜਿਹੜਾ ਫਾਦਰ ਹੈ ਉਹ ਕਹਿੰਦਾ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਆਪਾਂ ਚੱਲਦੇ ਹਾਂ। ਸੈਡ ਹਿਜ਼ ਫਾਦਰ, ਪਿਤਾ ਨੇ ਕਿਹਾ। Soon they were looking down upon a deep solitary valley with a stream running through it। ਤਾਂ ਜਿਵੇਂ ਹੀ ਉਹ ਘਾਟੀ ਦੇ ਉੱਪਰ ਜਾਂਦੇ ਆ ਤਾਂ ਉਹਨਾਂ ਨੂੰ ਇੱਕ ਡੀਪ, ਇੱਕ ਡੂੰਗੀ ਸਾਰੀ, ਸੋਲਿਟਰੀ ਦਾ ਮਤਲਬ ਹੁੰਦਾ ਇਕਾਂਤ। ਜਿਹੜੀ ਚੀਜ਼ ਇਕੱਲੀ ਜੀ ਹੋਵੇ ਨਾ ਉਹਨੂੰ ਆਪਾਂ ਸੋਲਿਟਰੀ ਕਹਿੰਦੇ ਆ। ਵੈਲੀ ਦਾ ਮਤਲਬ ਘਾਟੀ। ਤਾਂ ਇੱਕ ਇਕੱਲੀ ਜੀ ਘਾਟੀ ਜੋ ਕਿ ਕਾਫੀ ਡੀਪ ਹੈ, ਕਾਫੀ ਅੱਗੇ ਤੱਕ ਜਾਂਦੀ ਹੈ, ਡੂੰਘਾਈ ਤੱਕ ਜਾਂਦੀ ਹੈ, ਉਹ ਦਿਖਦੀ ਹੈ। ਤਾਂ ਇੱਥੇ ਇੱਕ ਵਰਡ ਆਇਆ ਬੱਚਿਓ, ਫਰੇਜ਼ ਆਇਆ, ਫਰੇਜ਼ ਆਇਆ ਲੁਕਿੰਗ ਡਾਊਨ ਅਪੋਨ। ਤਾਂ ਲੁੱਕ ਡਾਊਨ ਅਪੋਨ ਦਾ ਮਤਲਬ ਹੁੰਦਾ ਨੀਚੇ ਵੱਲ ਦੇਖਣਾ। ਜਦੋਂ ਸਪੋਜ਼ ਕਰੋ ਆਪਾਂ ਕਿਸੇ ਪਹਾੜੀ ਦੇ ਉੱਪਰ ਖੜੇ ਹੋਈਏ
ਤੇ ਉੱਥੋਂ ਆਪਾਂ ਨਜ਼ਰ ਨੀਚੇ ਨੂੰ ਮਾਰੀਏ ਤਾਂ ਉਸ ਨੂੰ ਕਹਿੰਦੇ ਨੇ ਜੀ ਲੁੱਕ ਡਾਊਨ ਅਪੋਨ। ਤਾਂ ਇਹ ਕੁਝ ਵਰਡਸ ਆਉਂਦੇ ਨੇ ਜਿਨ੍ਹਾਂ ਨੂੰ ਅਸੀਂ ਫਰੇਜ਼ਲ ਵਰਬਸ ਕਹਿੰਦੇ ਆ। ਦੇਖੋ ਲੁੱਕ ਦਾ ਮਤਲਬ ਹੁੰਦਾ ਹੈ ਦੇਖਣਾ, ਹੈ ਨਾ, ਲੇਕਿਨ ਲੁੱਕ ਡਾਊਨ ਅਪੋਨ ਦਾ ਮਤਲਬ ਹੁੰਦਾ ਨੀਚੇ ਵੱਲ ਦੇਖਣਾ। ਤਾਂ ਇਹਦਾ ਧਿਆਨ ਰੱਖਿਆ ਕਰੋ, ਇਹ ਵੀ ਆਪਣੀ ਵੋਕੈਬਲਰੀ ਦੇ ਵਿੱਚ ਤੁਸੀਂ ਇਹ ਸਾਰੀਆਂ ਵਰਡ ਮੀਨਿੰਗ ਸ਼ਾਮਿਲ ਕਰਨੇ ਆ। ਤੇ ਇੱਕ ਹੋਰ ਚੀਜ਼ ਉਹਨਾਂ ਨੂੰ ਦਿਖਦੀ ਹੈ, ਕੀ ਦਿਖਦੀ ਹੈ? ਸਟਰੀਮ ਰਨਿੰਗ ਥਰੂ ਇਟ। ਨਾਓ ਸਟਰੀਮ ਦਾ ਮਤਲਬ ਹੁੰਦਾ ਹੈ ਨਦੀ, ਕਿ ਇੱਕ ਛੋਟੀ ਜਿਹੀ ਨਦੀ ਹੈ, ਉਹ ਵੀ ਉਹਨਾਂ ਨੂੰ ਵਗਦੀ ਹੋਈ ਦਿਖਦੀ ਹੈ, ਵਹਿੰਦੀ ਹੋਈ ਦਿਖਦੀ ਹੈ ਉਸ ਵੈਲੀ ਦੇ ਵਿੱਚੋਂ, ਥਰੂ ਇਟ। ਇੱਥੇ ਇਟ ਦਾ ਮਤਲਬ ਕੀ ਹੋ ਗਿਆ? ਵੈਲੀ ਹੋ ਗਈ। ਵਟ ਅ ਸਾਇਲੈਂਟ ਐਂਡ ਸੋਲਿਟਰੀ ਪਲੇਸ ਸੈਡ ਦਾ ਬॉय। ਲੜਕਾ ਕਹਿੰਦਾ, ਕਹਿੰਦੇ ਕਿੰਨਾ ਇਕਾਂਤ ਅਤੇ ਸ਼ਾਂਤ। ਸਾਇਲੈਂਟ ਦਾ ਮਤਲਬ ਹੋ ਗਿਆ ਸ਼ਾਂਤ, ਸੋਲਿਟਰੀ ਦਾ ਮਤਲਬ ਹੋ ਗਿਆ ਇਕਾਂਤ। ਕਿੰਨੀ ਸ਼ਾਂਤ ਤੇ ਇਕਾਂਤ ਜਗ੍ਹਾ ਹੈ। ਪਹਾੜਾਂ ਦੇ ਵਿੱਚ ਅਜਿਹੀ ਜਗ੍ਹਾ ਆਮ ਦੇਖਣ ਨੂੰ ਮਿਲ ਜਾਂਦੀ ਹੈ। Seeing a heap of stones and an unfinished sheepfold further on, he asked. ਉਹ ਅੱਗੇ ਵੱਲ ਹੋਰ ਦੇਖਦਾ ਹੈ, further on, ਅੱਗੇ ਵੱਲ ਹੋਰ ਦੇਖਦਾ ਹੈ। ਕੀ ਦੇਖਦਾ ਹੈ? ਕਿ ਉਸ ਨੂੰ ਇੱਕ ਸਟੋਨਸ ਦਾ ਹੀਪ, ਮਤਲਬ ਕਿ ਪੱਥਰਾਂ ਦਾ ਢੇਰ ਦਿਖਦਾ ਹੈ। ਹੀਪ ਆਫ ਸਟੋਨਸ, ਸਟੋਨਸ ਪੱਥਰਾਂ ਨੂੰ ਕਿਹਾ ਜਾਂਦਾ ਹੈ, ਹੀਪ ਢੇਰ ਨੂੰ ਕਿਹਾ ਜਾਂਦਾ ਹੈ ਜੀ। ਐਂਡ ਐਨ ਅਨਫਿਨਿਸ਼ਡ ਸ਼ੀਪਫੋਲਡ, ਤਾਂ ਉਸ ਨੂੰ ਇੱਕ ਅਨਫਿਨਿਸ਼ਡ ਸ਼ੀਪਫੋਲਡ ਦਿਖਦਾ ਹੈ। ਨਾਓ ਅਨਫਿਨਿਸ਼ਡ ਸ਼ੀਪਫੋਲਡ ਦਾ ਮਤਲਬ ਕੀ ਹੁੰਦਾ ਹੈ? ਅਨਫਿਨਿਸ਼ ਦਾ ਮਤਲਬ ਕਿ ਜੋ ਕਿ ਪੂਰਾ ਨਹੀਂ ਹੋਇਆ। ਸ਼ੀਪਫੋਲਡ ਹੁੰਦਾ ਹੈ ਜਿਵੇਂ ਸਪੋਜ਼ ਕਰੋ ਆਪਾਂ ਕੋਈ ਭੇਡਾਂ ਦਾ ਵਾੜਾ ਜਿਹਾ ਬਣਾ ਲੈਂਦੇ ਨਾ, ਜਿੱਥੇ ਕਿ ਆਪਾਂ ਨੇ ਭੇਡਾਂ ਵਗੈਰਾ ਰੱਖੜੀਆਂ ਹੁੰਦੀਆਂ, ਉਹਨਾਂ ਦੇ ਲਈ ਸ਼ੈਲਟਰ ਹੁੰਦਾ ਹੈ ਭੇਡ ਬੱਕਰੀਆਂ ਦੇ ਲਈ, ਉਹਨੂੰ ਆਪਾਂ ਸ਼ੀਪਫੋਲਡ ਕਹਿੰਦੇ ਆ ਜੀ, ਸ਼ੀਪਫੋਲਡ। ਇਹਦਾ ਮਤਲਬ ਕਿ ਕਿਸੇ ਨੇ ਉਹ ਸ਼ੀਪਫੋਲਡ ਬਣਾਉਣਾ ਸ਼ੁਰੂ ਕੀਤਾ ਲੇਕਿਨ ਪੂਰਾ ਨਹੀਂ ਹੋਇਆ, ਅੱਧ ਬਚੱਦਾ ਜਿਹਾ ਬਣਿਆ ਹੋਇਆ। ਇਸੇ ਕਰਕੇ ਉੱਥੇ ਪੱਥਰਾਂ ਦਾ ਢੇਰ ਲੱਗਿਆ ਹੋਇਆ ਹੈ, ਕਿਉਂਕਿ ਪੁਰਾਣੇ ਜ਼ਮਾਨੇ 'ਚ ਲੋਕ ਇੱਟਾਂ ਉੱਟਾਂ ਦੀ ਥਾਂ ਤੇ ਪੱਥਰ ਹੀ ਯੂਜ਼ ਕਰਦੇ ਸੀਗੇ। ਤਾਂ ਹੁਣ ਉਹ ਦੇਖ ਕੇ ਪੁੱਛਦਾ ਹੈ, ਕੌਣ ਪੁੱਛਦਾ ਹੈ? ਉਹ ਬੱਚਾ ਪੁੱਛਦਾ ਹੈ, ਹੂ ਹੈਜ਼ ਹੀਪਡ ਦੋਜ਼ ਸਟੋਨਸ देयर ਫਾਦਰ। ਕਿ ਪਿਤਾ ਜੀ ਇਹ ਇੰਨੇ ਸਾਰੇ ਪੱਥਰਾਂ ਦਾ ਕਿਸ ਨੇ ਢੇਰ ਲਾ ਕੇ ਰੱਖਿਆ? ਕੌਣ ਹੈ ਉਹ? ਇੰਨਾ ਸਾਰਾ ਪੱਥਰਾਂ ਦਾ ਢੇਰ ਕਿਹਨੇ ਲਾਇਆ? Was someone working there on a building? ਕਿ ਕੀ ਕੋਈ ਉੱਥੇ ਕੋਈ ਇਮਾਰਤ ਬਣਾਉਣ ਦੇ ਲਈ ਕੰਮ ਕਰ ਰਿਹਾ ਸੀ? ਬਿਲਡਿੰਗ ਦਾ ਮਤਲਬ ਇਮਾਰਤ ਹੋ ਗਈ। ਕੋਈ ਕੰਮ ਕਰ ਰਿਹਾ ਸੀਗਾ ਕਿ ਇਮਾਰਤ ਉਹਨੇ ਸ਼ੁਰੂ ਕੀਤੀ, ਪੂਰੀ ਹੋਈ ਨਹੀਂ, ਢੇਰ ਲੱਗਿਆ ਹੋਇਆ ਪੱਥਰਾਂ ਦਾ। ਯੈਸ, ਹਾਂ, long ago a man started building a sheepfold there। ਕਹਿੰਦੇ ਕਾਫੀ ਸਮਾਂ ਪਹਿਲਾਂ, long ago, ਕਾਫੀ ਸਮਾਂ ਪਹਿਲਾਂ ਇੱਕ ਇਨਸਾਨ ਨੇ, ਇੱਕ ਆਦਮੀ ਨੇ ਇੱਕ ਸ਼ੀਪਫੋਲਡ ਬਣਾਉਣਾ ਇੱਥੇ ਸ਼ੁਰੂ ਕੀਤਾ। ਸ਼ੀਪਫੋਲਡ ਦਾ ਮਤਲਬ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਬੱਚਿਓ, ਕਿ ਜਿਹੜੀਆਂ ਸ਼ੀਪਸ ਦਾ ਸ਼ੈਲਟਰ ਹੁੰਦਾ ਹੈ ਜਿੱਥੇ ਕਿ ਭੇਡਾਂ ਨੂੰ ਰੱਖਿਆ ਜਾਂਦਾ ਹੈ, ਬੱਕਰੀਆਂ ਵਗੈਰਾ ਨੂੰ, ਉਹਨੂੰ ਸ਼ੀਪਫੋਲਡ ਕਹਿੰਦੇ ਆ। ਬਟ ਲੇਟਰ ਔਨ ਹੀ ਸਟਾਪਡ ਵਰਕਿੰਗ, ਪਰ ਬਾਅਦ ਦੇ ਵਿੱਚ, ਲੇਟਰ ਔਨ ਦਾ ਮਤਲਬ ਬਾਅਦ ਦੇ ਵਿੱਚ, ਉਸਨੇ ਕੰਮ ਕਰਨਾ ਬੰਦ ਕਰਤਾ। These stones have a sad story to tell। ਕਹਿੰਦੇ ਇਹ ਜਿਹੜੇ ਪੱਥਰ ਤੂੰ ਦੇਖ ਰਹੇ ਹੈ, ਇਹ ਪੱਥਰਾਂ ਦਾ ਜਿਹੜਾ ਢੇਰ ਲੱਗਿਆ ਹੋਇਆ ਹੈ, ਇਹਨਾਂ ਦੀ ਇੱਕ ਸੈਡ ਸਟੋਰੀ ਹੈ, ਦੁਖਦਾਈ ਕਹਾਣੀ ਹੈ ਦੱਸਣ ਦੇ ਲਈ, ਟੂ ਟੈਲ, ਕਿ ਕਿਉਂ ਪੱਥਰਾਂ ਦਾ ਢੇਰ ਲੱਗਿਆ ਹੋਇਆ। ਹੁਣ ਬੱਚਾ ਤਾਂ ਬੱਚਾ ਹੈ, ਜਦੋਂ ਉਹਨੇ ਸਟੋਰੀ ਦਾ ਨਾਂ ਸੁਣਿਆ, ਉਹ ਕੀ ਕਹਿੰਦਾ? ਪਲੀਜ਼ ਟੈਲ ਮੀ ਦੈਟ ਸਟੋਰੀ ਫਾਦਰ। ਕਿ ਪਿਤਾ ਜੀ ਮੈਨੂੰ ਇਸ ਕਹਾਣੀ ਬਾਰੇ ਦੱਸੋ, ਕਹਾਣੀ ਸੁਣਾਓ, ਇਹ ਕਿਹੜੀ ਸੈਡ ਸਟੋਰੀ ਹੈ ਇਹ? ਤਾਂ ਬੱਚਿਓ ਇੱਥੇ ਧਿਆਨ ਰੱਖਣਾ ਹੈ ਕਿ ਫਾਦਰ ਕੀ ਕਹਿ ਰਿਹਾ? ਸੈਡ ਸਟੋਰੀ। ਇਹਦਾ ਮਤਲਬ ਇਹ ਹੋ ਗਿਆ ਕਿ ਜਿਹੜਾ ਸਾਡਾ ਚੈਪਟਰ ਦਾ ਨਾਮ ਹੈ, ਚੈਪਟਰ ਦਾ ਨਾਮ ਕੀ ਹੈ? ਦ ਸਟੋਰੀ ਆਫ ਮਾਈਕਲ। ਇਹਦਾ ਮਤਲਬ ਕੀ ਹੋਇਆ? ਕਿ ਮਾਈਕਲ ਦੀ ਜਿਹੜੀ ਸਟੋਰੀ ਹੈ ਉਹ ਕੀ ਹੈ? ਸੈਡ ਹੈ। ਤਾਂ ਸਾਡਾ ਜਿਹੜਾ ਐਸੇ ਹੈ ਇਹਦੇ ਵਿੱਚ ਇੱਕ ਸੈਡ ਸਟੋਰੀ ਹੈ। ਇੱਥੋਂ ਥੋੜਾ ਜਿਹਾ ਤੁਹਾਨੂੰ ਕਲੀਅਰ ਹੋ ਗਿਆ ਹੋਣਾ। ਯੈਸ, ਹਾਂ, ਇਫ ਯੂ ਵਿਸ਼ ਟੂ ਹੀਅਰ ਇਟ। ਕਹਿੰਦੇ ਜੇਕਰ ਹੁਣ ਤੂੰ ਇੱਛਾ ਜਤਾਨਾ ਹੈ ਇਸ ਸਟੋਰੀ ਨੂੰ ਸੁਣਨ ਦੇ ਲਈ ਤਾਂ ਠੀਕ ਹੈ। The father then told the boy this story। ਤਾਂ ਫਾਦਰ ਲੜਕੇ ਨੂੰ ਇਹ ਸਟੋਰੀ ਸੁਣਾਉਂਦਾ ਹੈ, ਕਹਾਣੀ ਸੁਣਾਉਂਦਾ ਹੈ। ਤਾਂ ਸਟੂਡੈਂਟ ਜੇ ਤੁਸੀਂ ਦੇਖੋ ਇੱਥੋਂ ਲੈ ਕੇ ਇੱਥੇ ਤੱਕ ਜਿੰਨੇ ਵਰਡਸ ਆਏ ਹੈ ਇਹ ਸਾਰੇ ਕੀ ਨੇ? ਇਟੈਲਿਕਸ ਨੇ। ਇਟੈਲਿਕਸ ਸਮਝਦੇ ਹੋ ਨਾ? ਇਟੈਲਿਕਸ ਜਦੋਂ ਅੱਖਰ ਟੇਢੇ ਕਰਕੇ ਲਿਖੇ ਜਾਂਦੇ ਨੇ। ਹੁਣ ਸਪੋਜ਼ ਕਰੋ ਆਪਾਂ ਨੇ ਦਾ ਲਿਖਣਾ ਹੋਵੇ, ਆਪਾਂ ਸਿੱਧਾ ਕਰਕੇ ਤਾਂ ਇਹਨੂੰ ਐ ਲਿਖਾਂਗੇ, ਟੇਢਾ ਕਰਕੇ ਇਹਨੂੰ ਆਪਾਂ ਐ ਲਿਖਾਂਗੇ, ਐਵੇਂ ਲਿਖੇ ਹੋਏ ਆ ਸਾਰੇ ਅੱਖਰ। ਇਹ ਅੱਗੇ ਜਾ ਕੇ ਦੇਖੋ ਸਾਰੇ ਅੱਖਰ ਸਿੱਧੇ ਹੋ ਜਾਂਦੇ ਆ, ਮੈਨੀ ਇਅਰਸ ਅਗੋ ਸਿੱਧੇ ਹੋ ਗਏ ਨਾ। ਇਹ ਤੁਹਾਨੂੰ ਜਦੋਂ ਤੁਸੀਂ MS ਵਰਡ ਕਰਦੇ ਹੋ ਉੱਥੇ ਤੁਹਾਨੂੰ ਇਹ ਆਪਸ਼ਨ ਆਉਂਦੀ ਹੈ ਇਟੈਲਿਕਸ ਕਰਨ ਦੀ। ਇਟੈਲਿਕਸ ਕਿਉਂ ਲਿਖੇ ਗਏ ਇਹ ਸਾਰੇ ਅੱਖਰ ਹੁਣ ਤੱਕ?
ਉਹਦਾ ਕਾਰਨ ਮੈਂ ਤੁਹਾਨੂੰ ਸ਼ੁਰੂ 'ਚ ਦੱਸਿਆ ਸੀ ਕਿ ਸਾਰੀ ਸਟੋਰੀ ਕੀ ਹੈ, ਬੈਕਗਰਾਉਂਡ ਦੇ ਵਿੱਚ ਚੱਲ ਰਹੀ ਹੈ ਹਜੇ। ਅਸਲੀ ਸਟੋਰੀ ਤਾਂ ਹੁਣ ਸ਼ੁਰੂ ਹੋਈ ਹੈ, ਜਦੋਂ ਉਹ ਫਾਦਰ ਆਪਣੇ ਬੱਚੇ ਨੂੰ ਸਟੋਰੀ ਸੁਣਾਣੀ ਸ਼ੁਰੂ ਕਰਦਾ ਹੈ। ਚਲੋ ਜੀ, ਕਹਿੰਦੇ ਮੈਨੀ ਇਅਰਸ ਅਗੋ ਅ ਸ਼ੈਫਰਡ ਨੇਮ ਮਾਈਕਲ ਲਿਵਡ ਇਨ ਦਿਸ ਵੈਲੀ। ਕਹਿੰਦੇ ਕਾਫੀ ਸਾਲ ਪਹਿਲਾਂ ਇੱਕ ਭੇਡਾਂ ਵਾਲਾ ਚਾਰਵਾਹਾ ਹੁੰਦਾ, ਜੋ ਭੇਡਾਂ ਚਾਰਦਾ, ਉਹਨੂੰ ਆਪਾਂ ਸ਼ੈਫਰਡ ਕਹਿੰਦੇ ਆ। ਉਹਦਾ ਨਾਮ ਕੀ ਹੈ? ਮਾਈਕਲ। ਉਹ ਇਸ ਵੈਲੀ 'ਚ ਰਹਿੰਦਾ ਸੀ, ਇਸ ਘਾਟੀ 'ਚ ਰਹਿੰਦਾ ਸੀ। ਤਾਂ ਸਾਡੇ ਦਾ ਸਟੋਰੀ ਆਫ ਮਾਈਕਲ ਦਾ ਨਾਮ ਮਾਈਕਲ ਤੋਂ ਹੀ ਲਿਆ ਗਿਆ, ਮਾਈਕਲ ਦੀ ਐਂਟਰੀ ਹੋ ਗਈ। His cottage stood on the top of the hill over there। ਕਹਿੰਦੇ ਉਹਦੀ ਜਿਹੜੀ ਝੌਂਪੜੀ ਸੀ ਨਾ, ਕੋਟੇਜ ਦਾ ਮਤਲਬ ਹੁੰਦਾ ਝੌਂਪੜੀ, ਉਹ ਪਹਾੜੀ ਦੇ ਟੌਪ ਤੇ ਸੀ। ਓਵਰ ਦੇਅਰ ਉੱਥੇ ਇਸ਼ਾਰਾ ਕਰਕੇ ਦੱਸਦਾ ਹੈ ਕਿ ਉਸ ਪਹਾੜੀ ਦੇ ਟੌਪ ਤੇ ਉਹਦੀ ਝੌਂਪੜੀ ਹੁੰਦੀ ਸੀ, ਕੋਟੇਜ ਹੁੰਦੀ ਸੀ। ਪੁਰਾਣੇ ਲੋਕ ਹੁਣ ਵੀ ਜੇ ਤੁਸੀਂ ਪਹਾੜਾਂ 'ਚ ਜਾਓ ਤਾਂ ਬੱਚਿਓ, ਆਪਾਂ ਤਾਂ ਚਲੋ ਇੱਥੇ ਵੱਡੇ ਵੱਡੇ ਘਰ ਬਣਾ ਕੇ ਰਹਿੰਦੇ ਆ, ਲੇਕਿਨ ਜੇ ਤੁਸੀਂ ਪਹਾੜਾਂ 'ਚ ਜਾਓ ਤਾਂ ਉੱਥੇ ਤਾਂ ਝੌਂਪੜੀਆਂ 'ਚ ਹੀ ਲੋਕ ਰਹਿੰਦੇ ਆ ਹੁਣ ਵੀ। ਉਹਦੇ ਲੱਕੜ ਦੀਆਂ ਕੋਟੇਜ ਹੁੰਦੀਆਂ ਨੇ, ਉਹਨਾਂ ਤੇ ਰਹਿੰਦੇ ਆ ਉਹ। ਹੀ ਲਵਡ ਦਿਸ ਵੈਲੀ। ਉਹਨੂੰ ਇਹ ਵੈਲੀ ਬੜੀ ਪਸੰਦ ਸੀ, ਤੇ ਨਾਲ ਹੀ ਥੀਸ ਹਿਲਸ, ਇਹ ਪਹਾੜ ਵੀ ਬੜੇ ਪਸੰਦ ਸੀ। ਐਂਡ ਦਿਸ ਸਟਰੀਮ, ਅਤੇ ਇਹ ਜਿਹੜੀ ਨਦੀ ਹੈ ਛੋਟੀ ਜੀ ਜੋ ਵਹਿ ਰਹੀ ਹੈ ਵੈਲੀ ਦੇ ਵਿੱਚੋਂ, ਵੈਰੀ ਡੀਅਰਲੀ, ਬਹੁਤ ਹੀ ਪਿਆਰੀ ਸੀ। ਸਾਰੀਆਂ ਚੀਜ਼ਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਜੀ ਉਹ। ਬੋਥ ਹੀ ਐਂਡ ਹਿਸ ਵਾਈਫ ਇਜ਼ਾਬੈਲ ਵਰ ਹਾਰਡ ਵਰਕਿੰਗ। ਕਹਿੰਦੇ ਦੋਵੇਂ, ਉਹ ਤੇ ਉਸਦੀ ਪਤਨੀ ਦਾ ਨਾਮ ਹੈ ਜੀ ਇਜ਼ਾਬੈਲ, ਬਹੁਤ ਹੀ ਜ਼ਿਆਦਾ ਸਖਤ ਮਿਹਨਤੀ ਸੀ, ਹਾਰਡ ਵਰਕਿੰਗ। ਬੇਟਾ ਤੁਹਾਨੂੰ ਨਾ ਛੋਟੇ ਕੁਐਸਚਨਸ ਆਉਂਦੇ ਆ, ਤੁਹਾਨੂੰ ਪਤਾ ਹੈ ਤੁਹਾਡੇ ਪੇਪਰ ਦੇ ਵਿੱਚ ਇਹ ਅਕਸਰ ਕੁਐਸਚਨ ਆ ਜਾਂਦੇ ਆ ਕਿ ਹੂ ਵਾਸ ਦੀ ਵਾਈਫ ਆਫ ਮਾਈਕਲ, ਤਾਂ ਉਹਦਾ ਨਾਮ ਕੀ ਹੈ ਜੀ? ਇਜ਼ਾਬੈਲ। ਤਾਂ ਇਹ ਧਿਆਨ ਰੱਖਣਾ ਹੈ। ਹੁਣ ਇਹ ਜਿਹੜੇ ਛੋਟੇ ਕੁਐਸਚਨਸ ਹੈ ਨਾ, ਇਹ ਸਿਰਫ ਉਹੀ ਬੱਚੇ ਆਨਸਰ ਦੇ ਪਾਣਗੇ ਜਿਹੜੇ ਮੇਰੀ ਕਲਾਸ ਅਟੈਂਡ ਕਰ ਰਹੇ ਨੇ। ਅਦਰਵਾਈਜ਼ ਜਿਨ੍ਹਾਂ ਨੇ ਕਲਾਸ ਹੀ ਨਹੀਂ ਕਦੇ ਲਾਈ, ਤਾਂ ਫਿਰ ਉਹ ਦੇਖੀ ਜਾਣਗੇ ਵੀ ਆਹ ਕੀ ਗੱਲ ਬਣੀ, ਫਿਰ ਤੁੱਕੇ ਲਾਣਗੇ, ਨੰਬਰ ਨਹੀਂ ਆਣੇ। ਚਲੋ, ਤਾਂ ਮਾਈਕਲ ਤੇ ਇਜ਼ਾਬੈਲ ਪਤੀ ਪਤਨੀ ਨੇ, ਪਤਾ ਲੱਗ ਗਿਆ ਸਾਨੂੰ। ਵਾਈਲ ਮਾਈਕਲ ਵਰਕਡ ਇਨ ਦਾ ਵੈਲੀ ਗ੍ਰੇਜ਼ਿੰਗ ਦਾ ਸ਼ੀਪ ਔਰ ਗਰੋਇੰਗ ਦਾ ਕੌਰਨ, ਦਾ ਵੂਮਨ ਸੈਟ ਸਪਿਨਿੰਗ ਐਟ ਹਰ ਵੀਲ। ਤਾਂ ਸਾਨੂੰ ਪਹਿਲੀ ਲਾਈਨ ਤੋਂ ਇਹ ਕਲੀਅਰ ਹੈ ਕਿ ਦੋਨੇ ਬਹੁਤ ਜ਼ਿਆਦਾ ਸਖਤ ਮਿਹਨਤ ਕਰਦੇ ਨੇ, ਹਾਰਡ ਵਰਕਿੰਗ ਨੇ। ਕਿਵੇਂ ਕਿ ਜਦੋਂ ਮਾਈਕਲ ਵੈਲੀ ਦੇ ਵਿੱਚ ਕੰਮ ਕਰ ਰਿਹਾ ਹੈ, ਜਦੋਂ ਉਹ ਆਪਣੀਆਂ ਭੇਡਾਂ ਨੂੰ ਗ੍ਰੇਜ਼ ਕਰ ਰਿਹਾ ਹੈ, ਚਾਰਾ, ਜਿਵੇਂ ਚਾਰਨਾ ਕਹਿੰਦੇ ਆ, ਭੇਡਾਂ ਚਾਰ ਰਿਹਾ ਹੈ, ਜਾਂ ਗਰੋਇੰਗ ਦਾ ਕੌਰਨ ਤੁਹਾਨੂੰ ਪਤਾ ਹੈ ਬੱਚਿਓ ਕਿ ਪਹਾੜਾਂ ਦੇ ਵਿੱਚ ਮੱਕੀ ਦੀ ਪੈਦਾਇਸ਼ ਜ਼ਿਆਦਾ ਹੁੰਦੀ ਹੈ, ਕੌਰਨ ਮੱਕੀ ਨੂੰ ਕਿਹਾ ਜਾਂਦਾ ਹੈ। ਤਾਂ ਜਦੋਂ ਮੱਕੀ ਦੀ ਖੇਤੀ ਕਰ ਰਿਹਾ ਉਹ, ਦੇਖੋ ਇਹ ਸਾਰੇ ਕੰਮ ਕੌਣ ਕਰ ਰਿਹਾ? ਮਾਈਕਲ। ਪਰ ਉਸਦੀ ਪਤਨੀ ਵੀ ਕੀ ਕਰ ਰਹੀ ਹੈ? ਸੈਟ ਸਪਿਨਿੰਗ ਐਟ ਹਰ ਵੀਲ। ਨਾਓ ਸਿਟ ਸਪਿਨਿੰਗ ਦਾ ਮਤਲਬ ਹੁੰਦਾ ਹੈ ਚਰਖਾ ਕੱਤਣਾ, ਠੀਕ ਹੈ? ਇਹ ਦੋਨੇ ਵਰਡਸ ਇਕੱਠੇ ਆਉਂਦੇ ਆ। ਸਿਟ ਸਪਿਨਿੰਗ ਇਹਦਾ ਮਤਲਬ ਹੁੰਦਾ ਚਰਖਾ ਕੱਤਣਾ। ਐਟ ਹਰ ਵੀਲ, ਚਰਖਾ ਕੱਤਦੀ ਹੈ ਜੀ ਉਹ। ਸ਼ੀ ਹੈਡ 2 wheels, ਤਾਂ ਉਹਦੇ ਕੋਲੇ 2 ਚਰਖੇ ਹੈ। 1 for spinning wool and 1 for spinning flax। ਤਾਂ ਹੁਣ ਜਿਹੜੀ ਵੂਲ ਤਾਂ ਉਨ ਨੂੰ ਕਿਹਾ ਜਾਂਦਾ ਹੈ, ਜਿਹੜੀ ਫਲੈਕਸ ਹੈ ਇਹ ਵੀ ਇੱਕ ਤਰ੍ਹਾਂ ਦਾ ਕੱਪੜਾ ਹੈ ਜੀ ਜੋ ਉਨ ਤੋਂ ਡਿਫਰੈਂਟ ਹੁੰਦਾ ਹੈ। ਤਾਂ ਇੱਕ ਚਰਖੇ ਤੇ ਉਹ ਵੂਲ ਕੱਤਦੀ ਹੈ, ਦੂਸਰੇ ਤੇ ਫਲੈਕਸ ਕੱਤਦੀ ਹੈ। ਤਾਂ ਧਿਆਨ ਰੱਖਣਾ ਹੈ, ਠੀਕ ਹੈ? ਇਹ ਵੀ ਛੋਟੇ ਕੁਐਸਚਨਸ ਆ ਜਾਂਦੀ ਹੈ ਕਿ ਕਿੰਨੇ ਚਰਖੇ ਸੀ ਜੀ ਇਜ਼ਾਬੈਲ ਕੋਲ? 1 2 3 4। ਦੇਖੋ ਸਿੰਪਲ ਜਿਹਾ ਕੁਐਸਚਨ ਹੈ ਤੇ ਤੁਸੀਂ ਉਹਦਾ ਆਨਸਰ ਕੀ ਦੇਣਾ? 2। ਬਸ ਗੱਲ ਖਤਮ। ਦੀਪਕ ਸਰ ਦੀ ਕਲਾਸ ਲਈ ਹੈ ਤਾਂ 1 ਨੰਬਰ ਆ ਗਿਆ, ਨਹੀਂ ਬੈਠੋ। And one wheel or the other was at work all the time। ਕਹਿੰਦੇ ਇੱਕ ਚਰਖਾ ਜਾਂ ਦੂਸਰਾ all the time ਮਤਲਬ ਹਮੇਸ਼ਾ, ਦਿਨ ਰਾਤ, was at work ਚੱਲਦਾ ਰਹਿੰਦਾ ਸੀ। ਇੱਥੋਂ ਪਤਾ ਲੱਗਦਾ ਹੈ ਕਿ ਉਸਦੀ ਵਾਈਫ ਕਿੰਨੀ ਮਿਹਨਤੀ ਹੈ, ਸਾਰਾ ਦਿਨ ਚਰਖਾ ਕੱਤਦੀ ਹੈ। ਇੱਕ ਚਰਖਾ ਕੱਤ ਲਿਆ, ਫਿਰ ਦੂਸਰਾ ਸ਼ੁਰੂ ਕਰ ਲਿਆ, ਫਿਰ ਪਹਿਲਾ ਸ਼ੁਰੂ ਕਰ ਲਿਆ, all the time। ਤਾਂ ਬੇਟਾ ਜਦੋਂ ਵੀ ਸਟੋਰੀ ਸਮਝਣੀ ਹੈ ਤਾਂ ਇੱਕ ਇੱਕ ਵਰਡ ਤੇ ਧਿਆਨ ਦਿਆ ਕਰੋ, ਫਿਰ ਸਾਨੂੰ ਸਟੋਰੀ ਦਾ ਅਸਲੀ meaning ਪਤਾ ਲੱਗਦਾ ਹੈ। Often they worked late into the night by the dim light of a lamp which hung from the roof। Often ਦਾ ਮਤਲਬ ਹੁੰਦਾ ਜੀ ਅਕਸਰ ਉਹ ਕੰਮ ਕਰਦੇ ਲੇਟ ਕੰਮ ਕਰਦੇ, ਰਾਤ ਤੱਕ ਕੰਮ ਕਰਦੇ ਰਹਿੰਦੇ। ਕਿਵੇਂ? into the night, ਰਾਤ ਦੇ ਵਿੱਚ ਕੰਮ ਕਰਦੇ ਰਹਿੰਦੇ। ਕਿਸ ਤਰ੍ਹਾਂ? by the dim light, ਕਿ ਡਿਮ ਜੀ ਲਾਈਟ ਹੁੰਦੀ ਸੀ, ਕਾਦੀ? of a lamp, ਇੱਕ ਲੈਂਪ ਸੀ ਉਹਨਾਂ ਕੋਲੇ। ਪੁਰਾਣੇ ਜ਼ਮਾਨੇ 'ਚ ਕਿਹੜਾ ਬਿਜਲੀ ਬੁਜਲੀ ਹੁੰਦੀ ਸੀ? ਕੋਈ ਲੈਂਪ ਹੋਣਾ ਉਹਨਾਂ ਕੋਲੇ, ਲਾਲਟੈਨ ਹੋਣਾ। ਤੇ ਜਿਹੜਾ ਉਹਨਾਂ ਨੇ ਟੰਗਿਆ ਹੋਇਆ ਸੀ ਫਰੋਮ ਦਾ ਰੂਫ, ਉਹ ਜਿਹੜੀ ਝੌਂਪੜੀ ਬਣਾਈ ਆ ਉਹਦੀ ਛੱਤ ਦੇ ਵਿੱਚੋਂ ਦੀ ਉਹਨਾਂ ਨੇ ਉਹ ਲੈਂਪ ਨੀਚੇ ਟੰਗਿਆ ਹੋਇਆ ਸੀ। ਉਸ ਦੀ ਲਾਈਟ 'ਚ ਡਿਮ ਜੀ ਲਾਈਟ ਹੁੰਦੀ ਸੀ, ਉਹਦੇ ਵਿੱਚ ਵਿਚਾਰੇ ਰਾਤ ਤੱਕ ਉਹ ਕੰਮ ਕਰਦੇ ਰਹਿੰਦੇ।
Every day it was lighted early in the evening and burnt late into the night. ਹਰ ਰੋਜ਼ ਕਹਿੰਦੇ ਇਸ ਲੈਂਪ ਨੂੰ अर्ली in the evening ਮਤਲਬ ਜਿਵੇਂ ਹੀ ਸ਼ਾਮ ਹੋਣ ਲੱਗਦੀ ਉਦੋਂ ਹੀ ਜਲਾ ਲਿਆ ਜਾਂਦਾ and burnt ਤੇ ਜਲਦਾ ਰਹਿੰਦਾ late ਕਾਫੀ ਦੇਰ ਤੱਕ ਜਲਦਾ ਰਹਿੰਦਾ into the night ਰਾਤ ਤੱਕ ਜਲਦਾ ਰਹਿੰਦਾ ਮਤਲਬ ਕਾਫੀ ਰਾਤ ਤੱਕ ਉਹ ਕੋਈ ਨਾ ਕੋਈ ਕੰਮ ਕਰਦੇ ਚਰਖਾ ਕੱਤਦੀ ਰਹਿੰਦੀ ਉਹ ਵੀ ਕੋਈ ਆਪਣਾ ਮਾਈਕਲ ਕੋਈ ਕੰਮ ਕਰਦਾ ਰਹਿੰਦਾ ਇਸ ਤੋਂ ਪਤਾ ਲੱਗਦਾ ਹੈ ਕਿ they were very hard working. As the house stood on a hill, the light, though dim, could be seen for miles around. ਕਹਿੰਦੇ ਜਿਹੜਾ ਉਹਨਾਂ ਦਾ ਘਰ ਹੈ ਕਿਉਂਕਿ ਐਸ ਦਾ ਮਤਲਬ ਇੱਥੇ ਕਿਉਂਕਿ ਉਹਨਾਂ ਦਾ ਜਿਹੜਾ ਘਰ ਹੈ ਉਹ ਹਿਲ ਦੇ ਉੱਪਰ ਹੈ ਆਪਾਂ ਪਹਿਲਾਂ ਹੀ ਦੱਸਿਆ ਹੋਇਆ ਪਹਾੜ ਦੇ ਉੱਪਰ ਬਣਿਆ ਹੋਇਆ ਘਰ ਉਹਨਾਂ ਦਾ ਤੇ ਜਿਹੜੀ ਲਾਈਟ ਸੀਗੀ ਹਾਲਾਂਕਿ ਉਹ ਡਿਮ ਲਾਈਟ ਸੀ ਉਸ ਨੂੰ ਦੇਖਿਆ ਜਾ ਸਕਦਾ ਸੀ ਫॉर ਮਾਈਲਸ ਅਰਾਊਂਡ ਮੀਲਾਂ ਦੂਰ ਤੱਕ ਲਾਈਟ ਦੇਖੀ ਜਾ ਸਕਦੀ ਸੀ ਤੇ ਬੱਚਿਓ ਇਹ ਪਹਾੜਾਂ 'ਚ ਆਮ ਵਰਤਾਰਾ ਹੈ ਜੇ ਤੁਸੀਂ ਪਹਾੜਾਂ 'ਚ ਜਾਓ ਇੱਕ ਛੋਟੀ ਜੀ ਲਾਈਟ ਵੀ ਜਲਦੀ ਹੋਵੇ ਨਾ ਪਹਾੜ 'ਚ ਵੱਡੇ ਸਾਰੇ ਪਹਾੜ 'ਚ ਇੱਕ ਛੋਟੀ ਜੀ ਲਾਈਟ ਵੀ ਜਲਦੀ ਹੋਵੇ ਉਹ ਦੂਰ ਤੱਕ ਦਿਖਦੀ ਹੈ ਜਿਵੇਂ ਤਾਰੇ ਹੈ ਤਾਰੇ ਦੇਖੋ ਕਿੰਨੇ ਦੂਰ ਹੈ ਸਾਡੇ ਤੋਂ ਲੱਖਾਂ ਕਰੋੜਾਂ ਮੀਲ ਕਹਿੰਦੇ ਦੂਰ ਹੈ ਤਾਂ ਫਿਰ ਵੀ ਲਾਈਟ ਦਿਖਦੀ ਹੈ ਤਾਂ ਲੈਂਪ ਦੀ ਲਾਈਟ ਵੀ ਐਵੇਂ ਮੀਲਾਂ ਤੱਕ ਦਿਖਦੀ ਰਹਿੰਦੀ ਹੈ ਜੇਕਰ ਹਿਲ ਦੇ ਉੱਪਰ ਕਿਸੇ ਝੌਂਪੜੀ 'ਚ ਸਾਨੂੰ ਜਲਦੀ ਨਜ਼ਰ ਆ ਜਾਏ It must have looked like a star in the sky, said the boy. ਤਾਂ ਲੜਕੇ ਨੇ ਕੀ ਕਿਹਾ ਕਹਿੰਦੇ it ਦਾ ਮਤਲਬ ਉਹ ਲਾਈਟ ਨੂੰ ਕਹਿ ਰਿਹਾ ਕਹਿੰਦੇ ਜਿਹੜੀ ਲਾਈਟ ਹੈ ਇਹ ਸਕਾਈ ਦੇ ਵਿੱਚ ਇੱਕ ਸਟਾਰ ਦੀ ਤਰ੍ਹਾਂ ਨਜ਼ਰ ਆਉਂਦੀ ਹੋਵੇਗੀ ਵੀ ਜਿਵੇਂ ਆਸਮਾਨ ਦੇ ਵਿੱਚ ਸਿਤਾਰਾ ਹੁੰਦਾ ਉਹਦੀ ਲਾਈਟ ਆਉਂਦੀ ਹੈ ਇਹ ਬਿਲਕੁਲ ਉਵੇਂ ਹੀ ਨਜ਼ਰ ਆਉਂਦੀ ਹੋਏਗੀ ਲੜਕਾ ਸੋਚਦਾ ਹੈ ਕਹਿੰਦਾ ਵੀ ਹੈ ਉਹ quite so ਹਾਂ ਕਹਿੰਦੇ and the people around called the cottage the evening star. ਕਹਿੰਦੇ ਜਿਹੜੇ ਲੋਕ ਰਹਿੰਦੇ ਸੀਗੇ ਉਸ ਝੌਂਪੜੀ ਦੇ ਆਲੇ ਦੁਆਲੇ ਮਤਲਬ ਹੋਰ ਵੀ ਲੋਕ ਰਹਿੰਦੇ ਹੋਣੇ ਨਾ ਤਾਂ ਉਸ ਕਾਟੇਜ ਨੂੰ ਉਹਨਾਂ ਦੀ ਝੌਂਪੜੀ ਨੂੰ ਕਿਹਨਾਂ ਦੀ ਝੌਂਪੜੀ ਨੂੰ ਮਾਈਕਲ ਤੇ ਇਜ਼ਾਬੈਲ ਦੀ ਝੌਂਪੜੀ ਨੂੰ ਕੀ ਕਹਿੰਦੇ ਸੀ ਦਾ ਈਵਨਿੰਗ ਸਟਾਰ ਕਹਿੰਦੇ ਈਵਨਿੰਗ ਸਟਾਰ ਕਹਿੰਦੇ ਸੀ ਤਾਂ ਬੇਟਾ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਪੇਪਰ 'ਚ ਆਉਣ ਵਾਲਾ ਕਿ ਮਾਈਕਲ ਤੇ ਇਜ਼ਾਬੈਲ ਦੀ ਕਾਟੇਜ ਨੂੰ ਕੀ ਕਿਹਾ ਜਾਂਦਾ ਸੀ what was the name given to the cottage of Michael and Isabel ਤਾਂ ਆਨਸਰ ਹੋਣਗੇ ਜੀ 4 ਦਾ ਮਾਰਨਿੰਗ ਸਟਾਰ ਦਾ ਈਵਨਿੰਗ ਸਟਾਰ ਦਾ ਨਾਈਟ ਸਟਾਰ ਦਾ ਆਫਟਰਨੂਨ ਹੈ ਨਾ ਸਟਾਰ ਵੈਸੇ ਕੁਝ ਹੁੰਦਾ ਨਹੀਂ ਆਫਟਰਨੂਨ ਸਟਾਰ ਤਾਂ ਮੈਂ ਉਹੀ ਕਹਤਾ ਤਾਂ ਇਹਦਾ ਅਸਲੀ ਆਨਸਰ ਕੀ ਹੈ ਜੀ ਦਾ ਈਵਨਿੰਗ ਸਟਾਰ ਬਾਕੀ ਬੱਚੇ ਜਿਨ੍ਹਾਂ ਨੇ ਦੀਪਕ ਸਰ ਦੀ ਕਲਾਸ ਨਹੀਂ ਲਾਈ ਉਹ ਕੀ ਲਾ ਕੇ ਆਣਗੇ ਤੁੱਕੇ ਚਲੋ hadn't they any children father ਹੁਣ ਬੱਚਾ ਪੁੱਛਦਾ ਹੈ ਕਿ ਪਿਤਾ ਜੀ ਕਿ ਉਹਨਾਂ ਦਾ ਕੋਈ ਬੱਚਾ ਨਹੀਂ ਸੀ any children ਦੋ ਹੀ ਜਣੇ ਸੀ ਉਹ ਮਾਈਕਲ ਐਂਡ ਇਜ਼ਾਬੈਲ yes they had ਹਾਂ ਹੈਗਾ ਸੀ ਜੀ ਬੱਚਾ ਇਜ਼ਾਬੈਲ ਐਂਡ ਮਾਈਕਲ had only son ਕਹਿੰਦੇ ਇੱਕੋ ਹੀ ਪੁੱਤਰ ਸੀਗਾ ਜੀ ਉਹਦਾ only son his name was Luke ਤੀਸਰਾ ਕਰੈਕਟਰ ਆ ਗਿਆ ਜੀ ਸਾਡੇ ਐਸੇ ਦੇ ਵਿੱਚ ਵੈਸੇ ਤਾਂ ਸਟੋਰੀ ਚੱਲ ਰਹੀ ਹੈ ਐਸੇ ਦੇ ਵਿੱਚ ਸਟੋਰੀ ਚੱਲ ਰਹੀ ਹੈ ਇਹ ਤਾਂ ਪਹਿਲੇ ਦੋ ਕਰੈਕਟਰ ਕਿਹੜੇ ਸੀਗੇ ਜੀ ਮਾਈਕਲ ਤੇ ਉਸ ਦੀ ਵਾਈਫ ਇਜ਼ਾਬੈਲ ਤੇ ਉਹਨਾਂ ਦਾ ਇਕਲੌਤਾ ਪੁੱਤਰ ਕੌਣ ਹੈ ਲਿਊਕ ਤਾਂ ਨਾਮ ਯਾਦ ਰੱਖਣੇ ਹੈ ਜੀ ਇਹ ਸਾਰੇ he was born when Michael was quite old ਜਦੋਂ ਮਾਈਕਲ ਕਾਫੀ ਬਜ਼ੁਰਗ ਹੋ ਗਿਆ ਸੀ ਉਸ ਸਮੇਂ ਉਸ ਦਾ ਜਨਮ ਹੋਇਆ and so he brought new hopes into their lives and new thoughts for their future ਤਾਂ ਨੈਚੁਰਲੀ ਜਦੋਂ ਬੱਚਾ ਪੈਦਾ ਹੁੰਦਾ ਹੈ ਤਾਂ ਮਾਂ-ਬਾਪ ਨੂੰ ਤਾਂ ਖੁਸ਼ੀ ਹੁੰਦੀ ਹੋਈ ਹੈ ਤਾਂ ਉਸ ਦਾ ਜਨਮ ਲੈ ਕੇ ਆਇਆ ਨਵੀਆਂ ਆਸਾਂ ਨਿਊ ਹੋਪਸ ਕਿੱਥੇ ਇਨਟੂ देयर ਲਾਈਵਸ ਉਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਨਾ ਉੱਥੇ देयर ਦਾ ਮਤਲਬ ਕੀ ਹੈ ਇਜ਼ਾਬੈਲ ਐਂਡ ਮਾਈਕਲ ਇਜ਼ਾਬੈਲ ਤੇ ਮਾਈਕਲ ਨੂੰ देयर ਕਿਹਾ ਗਿਆ ਕਿ ਉਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਇੱਕ ਨਵੀਆਂ ਆਸਾਂ ਲੈ ਕੇ ਆਇਆ ਅਤੇ ਨਵੇਂ ਵਿਚਾਰ ਲੈ ਕੇ ਆਇਆ ਥਾਟਸ ਲੈ ਕੇ ਆਇਆ ਕਿਹਦੇ ਲਈ ਫॉर देयर ਫਿਊਚਰ ਕਿ ਉਹਨਾਂ ਦੇ ਭਵਿੱਖ ਦੇ ਲਈ ਹਮੇਸ਼ਾ ਜਦੋਂ ਕਿਸੇ ਬੱਚੇ ਦਾ ਜਨਮ ਹੁੰਦਾ ਤਾਂ ਮਾਂ-ਬਾਪ ਹਮੇਸ਼ਾ ਸੋਚਦੇ ਆ ਕਿ ਭਵਿੱਖ 'ਚ ਸਾਡਾ ਬੱਚਾ ਤਰੱਕੀ ਕਰੂ ਇਹ ਹੋ ਉਹ ਹੈ ਨਾ ਤਾਂ ਉਹ ਸਾਰੀਆਂ ਗੱਲਾਂ ਹਰ ਇੱਕ ਮਾਂ-ਬਾਪ ਸੋਚਦਾ ਆਪਣੇ ਬੱਚੇ ਦੇ ਪੈਦਾ ਹੋਣ ਤੇ ਤਾਂ ਮਾਈਕਲ ਤੇ ਇਜ਼ਾਬੈਲ ਨੇ ਵੀ ਸੋਚੀਆਂ ਇਹ ਗੱਲਾਂ ਲਿਊਕ ਵਾਸ ਅ ਬ੍ਰਾਈਟ ਐਂਡ ਹੈਲਦੀ ਬॉय ਤਾਂ ਲਿਊਕ ਇੱਕ ਬਹੁਤ ਹੀ ਹੈਲਦੀ ਬॉय ਸੀ ਮਤਲਬ ਸਿਹਤਮੰਦ ਸੀ ਅਤੇ ਬੜਾ ਹੀ ਬ੍ਰਾਈਟ ਸੀ ਮਤਲਬ ਕਿ ਇੰਟੈਲੀਜੈਂਟ ਸੀ ਸ਼ਾਰਪ ਸੀਗਾ ਉਹ ਅਤੇ ਬ੍ਰਾਈਟ ਦਾ ਮਤਲਬ ਤੁਸੀਂ ਚਮਕੀਲਾ ਨਾ ਲਓ ਬ੍ਰਾਈਟ ਦਾ ਮਤਲਬ ਹੁੰਦਾ ਜਿਹੜਾ ਬੱਚਾ ਬੜਾ ਤੇਜ਼ ਹੋਵੇ ਹੈ ਨਾ ਹਰ ਗੱਲ ਨੂੰ ਜਲਦੀ ਜਲਦੀ ਪਕੜੇ ਉਹਨੂੰ ਕਹਿੰਦੇ ਆਪਾਂ every day Michael took him out to the valley ਰੋਜ਼ ਮਾਈਕਲ ਉਸ ਨੂੰ ਲੈ ਕੇ ਜਾਂਦਾ took him out take him out ਦਾ ਮਤਲਬ ਹੁੰਦਾ ਲੈ ਕੇ ਜਾਣਾ ਬਾਹਰ ਲੈ ਕੇ ਜਾਣਾ ਕਿੱਥੇ ਲੈ ਕੇ ਜਾਂਦਾ ਸੀ ਵੈਲੀ 'ਚ ਲੈ ਕੇ ਜਾਂਦਾ ਸੀ there he watched the sheep and helped his father in little ways ਉੱਥੇ ਉਹ ਦਾ ਮਤਲਬ ਇੱਥੇ ਕਿਸ ਨੂੰ ਕਿਹਾ ਗਿਆ ਲਿਊਕ ਨੂੰ
ਤਾਂ ਲਿਊ ਕੀ ਕਰਦਾ, ਸ਼ੀਪ ਨੂੰ ਜਿਹੜੀਆਂ ਭੇਡਾਂ ਸੀ ਉਹਨਾਂ ਨੂੰ ਦੇਖਦਾ ਅਤੇ ਆਪਣੇ ਫਾਦਰ ਨੂੰ ਹੈਲਪ ਕਰਦਾ ਇਨ ਲਿਟਲ ਵੇਜ਼, ਛੋਟੇ ਛੋਟੇ ਢੰਗਾਂ ਦੇ ਨਾਲ। ਹੁਣ ਬੱਚਾ ਹੈ ਨਾ, ਉਹ ਵੱਡੇ ਕੰਮ ਤਾਂ ਕਰ ਨਹੀਂ ਸਕਦਾ, ਲੇਕਿਨ ਛੋਟੇ ਛੋਟੇ ਕੰਮ ਕਰਦਾ ਆਪਣੇ ਫਾਦਰ ਦੇ ਨਾਲ। Thus the lad grew up among hills and valleys until he reached his 18th year. ਇਸ ਤਰ੍ਹਾਂ ਉਹ ਲੜਕਾ ਜਿਹੜਾ ਸੀ, ਲੈਡ ਦਾ ਮਤਲਬ ਹੁੰਦਾ ਜੀ ਯੰਗ ਬॉय, ਛੋਟੇ ਲੜਕੇ ਨੂੰ ਲੈਡ ਕਿਹਾ ਜਾਂਦਾ ਹੈ, ਯੰਗ ਬॉय, ਧਿਆਨ ਰੱਖਣਾ ਹੈ, ਠੀਕ ਹੈ ਜੀ। ਤਾਂ ਉਹ ਜਿਹੜਾ ਛੋਟਾ ਲੜਕਾ ਸੀ ਉਹ ਵੱਡਾ ਹੋ ਗਿਆ, ਗਰੂ ਅਪ। ਗਰੂ ਅਪ ਦਾ ਮਤਲਬ ਹੁੰਦਾ ਵੱਡਾ ਹੋਣਾ, ਇੱਥੇ ਦੂਸਰੀ ਫਾਰਮ ਪਈ ਹੈ ਕਿਉਂਕਿ ਸਾਰੇ ਹੀ ਪਾਸਟ ਟੈਂਸ 'ਚ ਸਟੋਰੀ ਚੱਲ ਰਹੀ ਹੈ। ਉਹ ਪਹਾੜਾਂ ਦੇ ਵਿੱਚ ਹੀ ਵੱਡਾ ਹੋਇਆ, ਵੈਲੀ ਦੇ ਵਿੱਚ ਹੀ ਵੱਡਾ ਹੋਇਆ, ਤੇ ਉਹ 18 ਸਾਲ ਦੀ ਏਜ 'ਚ ਪਹੁੰਚ ਗਿਆ, ਜਵਾਨ ਹੋ ਗਿਆ ਜੀ। Now an unexpected misfortune befell Michael. ਕਹਿੰਦੇ ਇੱਕ unexpected misfortune, misfortune ਦਾ ਮਤਲਬ ਹੁੰਦਾ ਹੈ ਜੀ ਕਿ ਬਦਕਿਸਮਤੀ ਨਾਲ ਕੋਈ ਗੱਲ ਹੋ ਜੇ, ਉਹਨੂੰ ਆਪਾਂ ਮਿਸਫੋਰਚੂਨ ਕਹਿੰਦੇ ਆ। ਅਨਐਕਸਪੈਕਟਡ ਜਿਹਦੀ ਆਸ ਨਾ ਹੋਵੇ, ਐਕਸਪੈਕਟਡ ਦਾ ਮਤਲਬ ਆਸ ਹੋਣੀ, ਤੇ ਉਹਦੇ ਮੂਰੇ ਜੇ UN ਲੱਗ ਗਿਆ ਅਨਐਕਸਪੈਕਟਡ, ਤਾਂ ਉਹਦਾ ਆਪੋਜ਼ਿਟ ਹੋ ਗਿਆ ਕਿ ਜਿਸ ਦੀ ਆਸ ਨਹੀਂ ਸੀ, ਕਹੇ ਜੀ ਮਾੜੀ ਗੱਲ ਹੋ ਗਈ ਮਾਈਕਲ ਦੇ ਨਾਲ। ਬਿਫੈਲ, ਬਿਫਾਲ, ਬਿਫੈਲ, ਬਿਫਾਲਨ ਵਰਬ ਦੀਆਂ ਫਾਰਮਸ ਹੁੰਦੀਆਂ ਨੇ, ਫਾਲ ਵਾਲੀਆਂ ਹੀ ਹੁੰਦੀਆਂ ਨੇ। ਇਹਦਾ ਮਤਲਬ ਹੁੰਦਾ ਜਦੋਂ ਕਿਸੇ ਨਾਲ ਕੋਈ ਮਾੜੀ ਗੱਲ ਹੋ ਜੇ, ਉਹਨੂੰ ਆਪਾਂ ਕਹਿੰਦੇ ਆ ਜੀ ਕਿ ਮਿਸਫੋਰਚੂਨ ਬਿਫੈਲ, ਹੈ ਨਾ ਮਾਈਕਲ। Years before, ਕਹਿੰਦੇ ਕਾਫੀ ਸਾਲਾਂ ਪਹਿਲਾਂ, he had stood surety for his brother's son who had borrowed some money. ਤਾਂ ਉਸਨੇ ਆਪਣੇ ਭਰਾ ਦੇ ਬੇਟੇ ਦੇ ਲਈ, ਹੁਣ ਇੱਥੇ ਹੀ ਦਾ ਮਤਲਬ ਕੌਣ ਹੈ, ਮਾਈਕਲ, ਮਾਈਕਲ ਦੀ ਗੱਲ ਹੋ ਰਹੀ ਹੈ। ਮਾਈਕਲ ਨੇ ਆਪਣੇ ਭਰਾ ਦੇ ਬੇਟੇ ਦੇ ਲਈ ਸਟੂਡ ਸ਼ਿਓਰਟੀ, ਸਟੂਡ ਸ਼ਿਓਰਟੀ ਦਾ ਮਤਲਬ ਹੁੰਦਾ ਹੈ ਕਿ ਜ਼ਿੰਮੇਵਾਰੀ ਲੈਣਾ। ਹੁਣ ਸਪੋਜ਼ ਕਰੋ ਕੋਈ ਬੰਦਾ ਕੋਈ ਬੈਂਕ ਤੋਂ ਕਰਜ਼ਾ ਲੈਂਦਾ ਹੈ, ਤਾਂ ਉਹ ਕਰਜ਼ਾ ਬੈਂਕ ਐ ਹੀ ਨਹੀਂ ਦਿੰਦਾ, ਕਿਸੇ ਦੀ ਜਾਮਨੀ ਵੀ ਪਵਾਉਂਦਾ ਹੈ ਵੀ ਜੇਕਰ ਇਹ ਕੱਲ ਬੰਦੇ ਨੇ ਕਰਜ਼ਾ ਨਾ ਮੋੜਿਆ ਤਾਂ ਤੇਰੀ ਜ਼ਿੰਮੇਵਾਰੀ ਹੋਊਗੀ। ਤਾਂ ਜ਼ਿੰਮੇਵਾਰੀ ਫਿਕਸ ਕਰਦਾ ਬੈਂਕ, ਤੁਸੀਂ ਐਵੇਂ ਨਹੀਂ ਕਰਜ਼ਾ ਲੈ ਸਕਦੇ, ਕਿਸੇ ਦੀ ਜ਼ਿੰਮੇਵਾਰੀ ਦੇ ਸਾਈਨ ਕਰਾਣੇ ਉੱਥੇ। ਤਾਂ ਇਹਨੂੰ ਆਪਾਂ ਸਟੂਡ ਸ਼ਿਓਰਟੀ ਕਹਿੰਦੇ ਆ, ਸਟੈਂਡ ਸ਼ਿਓਰਟੀ। ਸਟੈਂਡ ਦੀ ਦੂਜੀ ਫਾਰਮ ਲਾਈ ਹੋਈ ਹੈ। ਸਟੈਂਡ ਸ਼ਿਓਰਟੀ ਦਾ ਮਤਲਬ ਸਮਝ ਆ ਗਿਆ ਜੀ, ਜਦੋਂ ਕੋਈ ਬੰਦਾ ਕਿਸੇ ਦੀ ਜ਼ਿੰਮੇਵਾਰੀ ਲੈਂਦਾ ਹੈ ਕਿ ਹਾਂ ਜੇਕਰ ਇਹ ਤੋਂ ਇਹ ਕੰਮ ਨਾ ਹੋਇਆ ਤਾਂ ਇਹ ਕੰਮ ਮੈਂ ਕਰਕੇ ਦਊਂਗਾ। ਤਾਂ ਹੁਣ ਇੱਥੇ ਜ਼ਿੰਮੇਵਾਰੀ ਕਿਹਨੇ ਲੈ ਲਈ, ਮਾਈਕਲ ਨੇ ਲੈ ਲਈ। ਕਿਹਦੀ ਲੈ ਲਈ, ਆਪਣੇ ਭਰਾ ਦੇ ਪੁੱਤਰ ਦੀ। ਕਿਉਂ ਲੈ ਲਈ, ਕਿਉਂਕਿ ਉਸਨੇ ਕੁਝ ਪੈਸਾ ਬੋਰੋ ਕੀਤਾ ਸੀ, ਕੁਝ ਪੈਸਾ ਉਧਾਰ ਲਿਆ ਸੀ। ਇਹੀ ਮਿਸਫੋਰਚੂਨ ਬਿਫੈਲ ਹੋਈ ਮਾਈਕਲ ਦੇ ਉੱਪਰ। ਇਟ ਹੈਪਨਡ ਦੈਟ ਦਿਸ ਨੈਫਿਊ ਆਫ ਹਿਸ ਸਫਰਡ ਅ ਮਿਸਫੋਰਚੂਨ ਐਂਡ ਮਾਈਕਲ ਹੈਡ ਟੂ ਪੇ ਦਾ ਮਨੀ। ਤਾਂ ਐਂ ਹੀ ਹੋਇਆ ਜੀ। ਕਿਵੇਂ ਹੋਇਆ ਕਿ ਉਹਦਾ ਜਿਹੜਾ ਨੈਫਿਊ ਹੈ, ਭਤੀਜਾ, ਮਾਈਕਲ ਦਾ ਭਤੀਜਾ ਹੈ, ਉਹਨੂੰ ਮਿਸਫੋਰਚੂਨ ਆ ਗਈ। ਮਿਸਫੋਰਚੂਨ ਦਾ ਮਤਲਬ ਕੋਈ ਘਾਟਾ ਪੈ ਗਿਆ ਵਪਾਰ ਦੇ ਵਿੱਚ, ਅਤੇ ਮਾਈਕਲ ਨੂੰ ਪੈਸਾ ਪੇ ਕਰਨਾ ਪੈਣਾ ਸੀ ਹੁਣ, ਕਿਉਂਕਿ ਮਾਈਕਲ ਨੇ ਉਸਦੀ ਜਾਮਨੀ ਲੈ ਰੱਖੀ ਸੀ। This was a bolt from the blue. ਤਾਂ ਦੇਖੋ ਇੱਕ ਪਹਿਲਾਂ ਸਟੈਂਡ ਸ਼ਿਓਰਟੀ ਵਰਡ ਆਇਆ, ਇੱਕ ਆਇਆ ਜੀ bolt from the blue। ਨਾ bolt from the blue ਦਾ ਮਤਲਬ ਹੁੰਦਾ ਹੈ ਜੀ ਕੋਈ ਅਚਾਨਕ ਕੋਈ ਹੈਰਾਨੀ ਵਾਲੀ ਗੱਲ ਆ ਜੇ, ਜਿਹਦਾ ਆਪਾਂ ਨੂੰ ਕੋਈ ਅੰਦਾਜ਼ਾ ਹੀ ਨਾ ਹੋਵੇ, ਉਹਨੂੰ ਆਪਾਂ ਕਹਿੰਦੇ ਆ bolt from the blue। ਇੱਕ ਫਰੇਜ਼ ਹੈ ਜੀ bolt from the blue, ਫਰੇਜ਼ ਹੁੰਦਾ ਹੈ। ਨਾ ਫਰੇਜ਼ ਦਾ ਮਤਲਬ ਹੁੰਦਾ ਕੀ ਹੈ ਕਿ ਕੁਝ ਵਰਡਸ ਦਾ ਗਰੁੱਪ ਹੁੰਦਾ ਹੈ, ਗਰੁੱਪ ਆਫ ਵਰਡਸ। ਇਹ ਵਰਡਸ ਹੀ ਹੈ ਨਾ, ਬੋਲਟ ਵਰਡ ਹੈ, ਬਲੂ ਵਰਡ ਹੈ, ਇਹਦਾ ਗਰੁੱਪ ਬਣ ਗਿਆ ਤੇ ਇਹਨੂੰ ਆਪਾਂ ਫਰੇਜ਼ ਕਹਿੰਦੇ ਆ। ਇਹਨੂੰ ਪੰਜਾਬੀ ਚ ਆਪਾਂ ਵਾਕ ਅੰਸ਼ ਕਹਿੰਦੇ ਆ। ਫਰੇਜ਼ ਨੂੰ ਪੰਜਾਬੀ ਚ ਆਪਾਂ ਵਾਕ ਅੰਸ਼, ਵਾਕ ਦਾ ਛੋਟਾ ਜਿਹਾ ਟੁਕੜਾ ਉਹਨੂੰ ਕਹਿੰਦੇ ਆ। ਤਾਂ ਬੋਲਟ ਫਰੋਮ ਦਾ ਬਲੂ ਦਾ ਮਤਲਬ ਮੈਂ ਤੁਹਾਨੂੰ ਦੱਸਦਾ ਕਿ ਸਡਨ ਸਰਪ੍ਰਾਈਜ਼ ਆ ਜੇ, ਕੋਈ ਅਚਾਨਕ ਕੋਈ ਹੈਰਾਨੀ ਵਾਲੀ ਗੱਲ ਹੋ ਜੇ ਜਿਹਦੀ ਆਪਾਂ ਨੂੰ ਆਸ ਹੀ ਨਾ ਹੋਵੇ, ਉਹਨੂੰ ਕਹਿੰਦੇ ਆ ਜੀ ਬੋਲਟ ਫਰੋਮ ਦਾ ਬਲੂ। ਆਪਾਂ ਹਿੱਲ ਜੀਏ ਉਸ ਚੀਜ਼ ਨਾਲ। ਵੇਅਰ ਕੁਡ ਹੀ ਫਾਈਂਡ ਦਾ ਮਨੀ, ਪੈਸਾ ਕਿੱਥੋਂ ਆਊ? ਜਿਹੜੀ ਪੈਸੇ ਹੁਣ ਉਸਦੇ ਭਤੀਜੇ ਨੇ ਲੈ ਰੱਖੇ ਨੇ, ਉਹ ਪੈਸਾ ਆਊਗਾ ਕਿੱਥੋਂ? There seemed to be no way of finding it except by selling his property which he loved so dearly. ਕਹਿੰਦੇ ਕੋਈ ਵੀ ਉਹਨੂੰ ਤਰੀਕਾ ਨਜ਼ਰ ਨਹੀਂ ਆਇਆ। There seemed to be no way, no way ਦਾ ਮਤਲਬ ਕੋਈ ਤਰੀਕਾ, seem ਨਜ਼ਰ ਨਹੀਂ ਆਇਆ, of finding ਉਸ ਨੂੰ ਲੱਭਣ ਦਾ। It ਕਿਸ ਨੂੰ ਲੱਭਣ ਦਾ? ਪੈਸੇ ਲੱਭਣ ਦਾ। It ਦਾ ਮਤਲਬ ਮਨੀ ਨੂੰ ਕਿਹਾ ਗਿਆ ਕਿ ਪੈਸਾ ਕਿੱਥੋਂ ਲਿਆਊਗਾ, ਕੋਈ ਤਰੀਕਾ ਨਜ਼ਰ ਨਹੀਂ ਆਇਆ ਸਿਵਾਏ ਇੱਕ ਤਰੀਕਾ ਸੀ, ਐਕਸੈਪਟ ਦਾ ਮਤਲਬ ਹੁੰਦਾ ਹੈ ਸਿਵਾਏ, ਬਜਾਏ, ਸਿਵਾਏ ਇੱਕ ਤਰੀਕੇ ਦੇ। ਉਹ ਕੀ ਸੀ? ਬਾਏ ਸੈਲਿੰਗ ਹਿਜ਼ ਪ੍ਰੋਪਰਟੀ, ਕਿ ਉਹ ਆਪਣੀ ਪ੍ਰੋਪਰਟੀ
ਜਾਇਦਾਦ ਸੈੱਲ ਕਰਦੇ। ਹੁਣ ਉਹਦੀ ਪ੍ਰਾਪਰਟੀ ਕੀ ਹੈ ਵਿਚਾਰੇ ਕੋਲੇ? ਜ਼ਮੀਨ, ਜਿਸ ਤੇ ਉਹ ਖੇਤੀ ਕਰਦਾ ਹੈ। which he loved so dearly, ਜਿਹਨੂੰ ਉਹ ਬਹੁਤ ਜ਼ਿਆਦਾ ਪਿਆਰ ਕਰਦਾ ਹੈ। dearly, ਬਹੁਤ ਡੀਅਰ ਹੈ ਉਸਨੂੰ। the thought of having to do so nearly broke his heart, ਕਹਿੰਦੇ ਹੁਣ ਇਸ ਵਿਚਾਰ ਨੇ ਕਿ ਮੈਂ ਇਹ ਕੰਮ ਕਰਾਂ, ਦਾ ਥਾਟ ਦਾ ਮਤਲਬ ਹੋ ਗਿਆ ਵਿਚਾਰ, of having to do so ਦਾ ਮਤਲਬ ਕਿ ਮੈਂ ਇਹ ਕੰਮ ਕਰਾਂ। ਕੀ ਕੰਮ ਕਰਾਂ? ਕਿ ਆਪਣੀ ਜ਼ਮੀਨ ਵੇਚਾਂ। nearly broke his heart, break the heart ਦਾ ਮਤਲਬ ਕੀ ਹੁੰਦਾ? ਸਾਰਾ ਹੀ ਨਹੀਂ ਪਤਾ ਹੈ। break the heart, ਦਿਲ ਟੁੱਟਣਾ। ਉਹਦਾ ਦਿਲ ਟੁੱਟ ਗਿਆ ਵਿਚਾਰੇ ਦਾ ਕਿ ਮੈਂ ਤਾਂ ਇੰਨੀ ਆਪਣੀ ਜ਼ਮੀਨ ਨੂੰ ਪਿਆਰ ਕਰਦਾ ਹੈ, ਇੰਨਾ ਵਧੀਆ ਮਿਹਨਤ ਨਾਲ ਖੇਤੀ ਕਰਦਾ ਹੈ, ਮੈਨੂੰ ਹੁਣ ਇਹ ਜ਼ਮੀਨ ਵੇਚਣੀ ਪੈਣੀ ਹੈ। We have toiled all our lives, said Michael to his wife. ਦੇਖੋ ਮਾਈਕਲ ਦਾ ਜਿਹੜੀ ਹੁਣ ਆਪਣੀ ਉਹਨੇ ਦੁੱਖ ਸੁਣਾਣਾ ਆਪਣੀ ਵਾਈਫ ਨੂੰ, ਤਾਂ ਸੁਣਾਊਗਾ ਹੀ। ਤਾਂ ਉਹ ਵਿਚਾਰਾ ਆਪਣੀ ਵਾਈਫ ਨੂੰ ਜਾ ਕੇ ਕਹਿੰਦਾ, ਇਜ਼ਾਬੈਲ ਨੂੰ, ਕਹਿੰਦੇ ਆਪਾਂ ਸਾਰੀ ਜ਼ਿੰਦਗੀ, our life, ਸਾਰੀ ਜ਼ਿੰਦਗੀ ਮਿਹਨਤ ਕੀਤੀ ਹੈ। ਟੋਇਲ ਦਾ ਮਤਲਬ ਹੁੰਦਾ ਜੀ ਵਰਕਡ ਹਾਰਡ, ਮਿਹਨਤ ਕਰਨੀ। ਟੋਇਲ, I in these fields and you in this cottage, ਕਹਿੰਦੇ ਮੈਂ ਕਿੱਥੇ ਮਿਹਨਤ ਕੀਤੀ ਹੈ? I, ਮੈਂ, in these fields, ਇਹਨਾਂ ਖੇਤਾਂ 'ਚ, and you, ਅਤੇ ਤੂੰ, ਇਸ cottage 'ਚ। ਯਾਦ ਕਰੋ ਇਜ਼ਾਬੈਲ ਸਾਰਾ ਦਿਨ ਕੀ ਕਰਦੀ ਰਹਿੰਦੀ ਹੈ? ਚਰਖਾ ਕੱਤਦੀ ਹੈ। 2 ਚਰਖਿਆਂ ਉਹਦੇ ਕੋਲੇ, ਇੱਕ ਤੇ ਉਹ ਵੂਲ ਕੱਤਦੀ ਹੈ, ਦੂਜੇ ਤੇ ਉਹ ਫਲੈਕਸ ਕੱਤਦੀ ਹੈ। ਸਾਰਾ ਦਿਨ ਵਿਚਾਰੀ ਇਹੀ ਕੰਮ ਕਰਦੀ। ਕਹਿੰਦੇ ਤੂੰ ਝੌਂਪੜੀ 'ਚ ਬੈਠੀ ਮਿਹਨਤ ਕਰੀ ਗਈ, ਮੈਂ ਖੇਤਾਂ 'ਚ ਬੈਠਾ ਮਿਹਨਤ ਕਰੀ ਗਿਆ। ਕਾਦੇ ਲਈ? ਇਨ ਆਰਡਰ ਟੂ ਕੀਪ ਦਾ ਲੈਂਡ ਫ੍ਰੀ, ਕਿ ਆਪਾਂ ਜ਼ਮੀਨ ਨੂੰ ਫ੍ਰੀ ਰੱਖੀਏ, ਆਪਣੇ ਕੋਲੇ ਰਹੇ ਜ਼ਮੀਨ, ਗਹਿਣੇ ਨਾ ਪੈ ਜੇ ਜ਼ਮੀਨ, ਆਪਾਂ ਇਹ ਕੰਮ ਨਾ ਹੋਵੇ, ਇਸ ਕਰਕੇ ਆਪਾਂ ਇੰਨੀ ਮਿਹਨਤ ਕੀਤੀ। ਇਟ ਨਾਓ ਲੁਕਸ ਐਜ਼ ਇਫ ਦੇ ਮਸਟ ਪਾਸ ਇਨਟੂ ਦੀ ਹੈਂਡਸ ਆਫ ਅ ਸਟ੍ਰੇਂਜਰ, ਕਹਿੰਦੇ ਹੁਣ ਐ ਲੱਗ ਰਿਹਾ ਹੈ, ਇਟ ਨਾਓ ਲੁਕਸ ਐ ਲੱਗ ਰਿਹਾ ਹੈ ਕਿ ਇਹ ਜਿਹੜੀ ਹੁਣ ਜ਼ਮੀਨ ਹੈ ਇਸ ਕਿਸੇ ਸਟ੍ਰੇਂਜਰ ਦੇ ਹੱਥਾਂ 'ਚ ਜਾਊਗੀ। ਨਾ ਸਟ੍ਰੇਂਜਰ ਦਾ ਮਤਲਬ ਉਹ ਆਦਮੀ ਜਿਹਨੂੰ ਆਪਾਂ ਜਾਣਦੇ ਨਹੀਂ, ਹੈ ਨਾ, ਸਟ੍ਰੇਂਜਰ, ਅਜਨਬੀ ਹੱਥਾਂ 'ਚ ਇਹ ਜ਼ਮੀਨ ਜਾਊਗੀ, ਹੁਣ ਐ ਲੱਗ ਰਿਹਾ ਮੈਨੂੰ ਤਾਂ। ਐਂਡ ਇਫ ਦੇ ਸ਼ੁੱਡ, ਕਹਿੰਦੇ ਜੇਕਰ ਅਜਿਹਾ ਹੋਇਆ, ਆਈ ਐਮ ਸ਼ੋਰ, ਮੈਨੂੰ ਪੱਕਾ ਯਕੀਨ ਹੈ, ਆਈ ਵੋਂਟ ਲਾਈ ਇਨ ਪੀਸ ਇਨ ਮਾਈ ਗ੍ਰੇਵ, ਕਹਿੰਦੇ ਮੈਂ ਆਪਣੀ ਕਬਰ ਦੇ ਵਿੱਚ ਸ਼ਾਂਤੀ ਨਾਲ ਨਹੀਂ ਸੋ ਪਾਵਾਂਗਾ, ਨਹੀਂ ਰਹਿ ਪਾਵਾਂਗਾ। ਵੋਂਟ ਲਾਈ, ਨਾ ਇੱਥੇ ਵੋਂਟ ਦਾ ਮਤਲਬ ਹੁੰਦਾ ਹੈ ਵੁੱਡ ਨਾਟ, ਇਹਦਾ ਮਤਲਬ ਹੁੰਦਾ ਜੀ ਵੁੱਡ ਨਾਟ। ਇਹ ਧਿਆਨ ਰੱਖਣਾ ਹੈ, ਇਹਨੂੰ ਸ਼ਾਰਟਨ ਕਰਕੇ ਪਾਇਆ ਜਾਂਦਾ ਹੈ। ਕਹਿੰਦੇ ਮੈਂ ਆਪਣੀ ਕਬਰ ਦੇ ਵਿੱਚ ਵੀ ਸ਼ਾਂਤੀ ਨਾਲ ਨਹੀਂ ਰਹਾਂਗਾ। ਗ੍ਰੇਵ ਦਾ ਮਤਲਬ ਕੀ ਹੋ ਗਿਆ? ਕਬਰ। What shall we do? asked Isabel. Isabel ਕਹਿੰਦੀ ਹੈ ਕਿ ਸਾਨੂੰ ਹੁਣ ਕੀ ਕਰਨਾ ਚਾਹੀਦਾ ਹੈ? What shall we do? ਕੀ ਕਰੀਏ? I am afraid Luke must leave us. ਕਹਿੰਦੇ ਮੈਨੂੰ ਡਰ ਹੈ ਕਿ ਲਿਊਕ ਨੂੰ ਸਾਨੂੰ ਛੱਡ ਕੇ ਜਾਣਾ ਚਾਹੀਦਾ ਹੈ। ਲਿਊਕ ਮਸਟ, ਇੱਥੇ ਮਸਟ ਲੱਗੀ, ਮਾਡਲ ਵਰਬ ਲੱਗੀ ਕਿ ਉਹਨੂੰ ਜ਼ਰੂਰ ਜਾਣਾ ਚਾਹੀਦਾ ਸਾਨੂੰ ਛੱਡ ਕੇ। said Michael after thinking. ਮਾਈਕਲ ਨੇ ਸੋਚ ਕੇ ਕਿਹਾ, for a while, ਕੁਝ ਸਮਾਂ ਸੋਚ ਕੇ ਕਿਹਾ, for a while, ਕੁਝ ਦੇਰ ਸੋਚ ਕੇ ਕਿਹਾ ਕਿ ਇੱਕੋ ਹੀ ਹੱਲ ਹੈ ਕਿ ਆਪਾਂ ਲਿਊਕ ਨੂੰ ਇੱਥੋਂ ਭੇਜੀਏ ਕਿਤੇ ਬਾਹਰ, ਤਾਂ ਕਿ ਉੱਥੇ ਜਾ ਕੇ ਪੈਸੇ ਪੂਸੇ ਕਮਾਵੇ ਤੇ ਆਪਣੀ ਜ਼ਮੀਨ ਆਪਣੇ ਕੋਲ ਹੀ ਰਹੇ। ਅੱਗੇ ਉਹ ਕਹਿ ਰਿਹਾ, ਪੈਰਾ ਪੂਰਾ ਕਰ ਲੈਂਦੇ ਆ, ਕਿ he must go to our relative in the city, ਕਹਿੰਦੇ ਉਸ ਨੂੰ ਜਾਣਾ ਚਾਹੀਦਾ ਆਪਣੇ ਰਿਸ਼ਤੇਦਾਰ ਕੋਲ। ਰਿਲੇਟਿਵ ਦਾ ਮਤਲਬ ਰਿਸ਼ਤੇਦਾਰ, ਕਿੱਥੇ? ਸ਼ਹਿਰ ਦੇ ਵਿੱਚ। ਆਪਾਂ ਤਾਂ ਪਿੰਡ 'ਚ ਰਹਿੰਦੇ ਆ, ਸਾਡਾ ਕੋਈ ਰਿਸ਼ਤੇਦਾਰ ਹੈ ਸ਼ਹਿਰ 'ਚ, ਉੱਥੇ ਜਾਊਗਾ। he can find him work, ਤਾਂ ਉਹ ਰਿਸ਼ਤੇਦਾਰ, ਇੱਥੇ ਹੀ ਦਾ ਮਤਲਬ ਰਿਲੇਟਿਵ ਤੋਂ ਹੈ, ਕਿ ਉਹ ਜਿਹੜਾ ਆਪਣਾ ਰਿਸ਼ਤੇਦਾਰ ਹੈ ਉਸ ਲਈ, ਇੱਥੇ ਹਿਮ ਕੌਣ ਹੈ? ਲਿਊਕ। ਲਿਊਕ ਲਈ ਕੋਈ ਕੰਮ ਲੱਭੇਗਾ। he can find him work. ਲਿਊਕ is a good boy. ਲਿਊਕ ਇੱਕ ਵਧੀਆ ਲੜਕਾ ਹੈ ਆਪਣਾ। he is healthy and strong, ਕਾਫੀ ਮਜ਼ਬੂਤ ਹੈ, ਸਿਹਤਮੰਦ ਹੈ। he can work hard, ਉਹ ਸਖਤ ਮਿਹਨਤ ਕਰ ਸਕਦਾ ਹੈ। and earn the money to pay off the debt, ਅਤੇ ਉਹ ਪੈਸੇ ਕਮਾ ਸਕਦਾ ਹੈ। earn ਦਾ ਮਤਲਬ ਹੁੰਦਾ ਹੈ ਪੈਸੇ ਕਮਾਣਾ। to pay off, pay off ਦਾ ਮਤਲਬ ਕਰਜ਼ਾ ਉਤਾਰਨਾ। pay off, ਕਰਜ਼ਾ ਉਤਾਰਨਾ, ਤੇ ਆਪਣਾ ਜਿਹੜਾ ਇਹ ਕਰਜ਼ਾ ਚੜਿਆ ਹੋਇਆ ਹੈ ਉਤਰ ਜੂਗਾ। debt ਦਾ ਮਤਲਬ ਕਰਜ਼ਾ ਜੋ ਆਪਾਂ ਲੈ ਰੱਖਿਆ। the cottage and the land will then be saved for him, ਤਾਂ ਇਸ ਤਰੀਕੇ ਦੇ ਨਾਲ ਜਦੋਂ ਆਪਣਾ ਕਰਜ਼ਾ ਉਤਰ ਜੂ ਤਾਂ ਜਿਹੜੀ ਆਪਣੀ ਝੌਂਪੜੀ ਹੈ ਅਤੇ ਜਿਹੜੀ ਆਪਣੀ ਜ਼ਮੀਨ ਹੈ ਉਸ ਦੇ ਲਈ ਸੁਰੱਖਿਅਤ ਹੋ ਜਾਵੇਗੀ, will be saved। ਤਾਂ ਸਟੂਡੈਂਟਸ ਅਸੀਂ ਆਲਮੋਸਟ ਹਾਫ ਆਫ ਆਵਰ ਐਸੇ ਕੰਪਲੀਟ ਕਰ ਚੁੱਕੇ। ਉਮੀਦ ਹੈ ਕਿ ਤੁਹਾਨੂੰ ਇਹ ਸਾਰੀ ਸਮਝ ਆ ਗਈ ਹੋਏਗੀ। ਕਾਫੀ ਸਾਰੇ ਵਰਡਸ ਜਿਹੜੇ ਅੱਜ ਆਏ ਹੈ ਉਹ ਆਪਾਂ ਦੇਖ ਚੁੱਕੇ। ਦੇਖੋ ਬੋਲਡ, ਡੈਟ, ਫਿਊਚਰ, ਮਾਈਂਡ, ਸ਼ੀਫੋਲਡ, ਮਿਸਫੋਰਚੂਨ, ਸ਼ੈਫਰਡ, ਗ੍ਰੇਵ, ਇਹ ਸਾਰੇ ਵਰਡਸ ਆਪਾਂ ਦਾ ਬਲੂ ਇਹ ਕਰ ਚੁੱਕੇ।
ਤਾਂ ਇਹਨਾਂ ਦੀ ਤੁਸੀਂ ਗਲੋਸਰੀ ਬਣਾ ਲਿਓ ਆਪਣੀ ਕਾਪੀ ਦੇ ਵਿੱਚ। ਤਾਂ ਬੇਟਾ ਮੇਰੀ ਗੱਲ ਸੁਣੋ, ਇੰਗਲਿਸ਼ ਇਲੈਕਟਿਵ ਤੁਸੀਂ ਲਈ ਹੈ, ਦੇਖੋ ਉਮੀਦ ਕਰਦਾ ਕਿ ਤੁਸੀਂ ਮਿਹਨਤ ਕਰੋਗੇ ਇਸ ਤੇ। ਮੈਨੂੰ ਵੀ ਖੈਰ ਬੜਾ ਵਧੀਆ ਲੱਗਦਾ ਇੰਗਲਿਸ਼ ਇਲੈਕਟਿਵ ਪੜ੍ਹਾਉਣਾ, ਤੁਹਾਨੂੰ ਵੀ ਵਧੀਆ ਲੱਗਦਾ ਹੋਣਾ ਪੜ੍ਹਨਾ ਮੇਰੇ ਤੋਂ। ਠੀਕ ਹੈ ਜੀ, ਚਲੋ ਠੀਕ ਹੈ ਜੀ।